प्यारे किसान वीरों ते भैनों, कमाद की फसल साडे सूबे की बड़ी महत्वपूर्ण फसल है। तो अक्सर सानू ये कहा जाता है कि क्वालिटी पैदावार होनी चाहिए ताकि रिकवरी चंगी होवे, किसान नूं चंगे पैसे मिलन, समय सिर पैसे मिलन। ये सारियां गल्लां जड़ियां कमाद की कामयाब खेती नाल जुड़ी है। और इसे करके अज असी जिला गुरदासपुर च आए हैं, पिंड भांबड़ी च। ये हरचोवाल का इलाका है। इस इलाके च कमाद की बड़ी वधिया काश्त होंदी है। हरिंदर सिंह रियाड़ वर्गे किसान ने इत्थे मेरे नाल खड़े है। नाल दे नाल पंजाब के सहायक केन कमिश्नर डॉक्टर सुखजिंदर सिंह बाजवा जी उचेचे तौर पर इत्थे आए ने तुहानूं जानकारी देने वास्ते भी कमाद की बेहतर काश्तकारी किवें करनी है। डॉक्टर अमरजीत सिंह दुसान जी ये भी ACDO ने गुरदासपुर दे, कीड़ी अफगाना मिल दे संदीप सिंह ने, मनोज जी ने मेरे नाल खड़े ने और गल्लां बातां करनी है कि कमाद की बेहतर काश्तकारी किवें करनी है और किवें असीं क्वालिटी पैदावार लैनी है ताकि मिल्लां भी खुश ते किसान भी खुश। डॉक्टर बाजवा जी देखो, सब तो जरूरी ये है कि इस वक्त कमाद की फसल की स्थिति की तुसीं पंजाब सूबे दी पूरे सूबे की कमाद की खेती नूं वेखदे हो। किन मिल्लां ने किस ढंग नाल कमाद की काश्तकारी होण डई है, किन्ना कुछ रकबा है, ये सारियां गल्लां साडे नाल पहिलां साझीआं करो। पंजाब च इस समय इस साल 2022-23-24 दौरान ਜਿਹੜਾ ਆਉਣਾ ਇਸ ਸਾਲ ਲਗਭਗ 1,19,000 ਹੈਕਟੇਅਰ ਜਿਹੜਾ ਗੰਨਾ ਬੀਜਿਆ ਗਿਆ ਹੈ, ਜਿਹਦੇ ਵਿੱਚ ਤਕਰੀਬਨ ਜਿੱਦਾਂ ਅਸੀਂ ਖੜੇ ਆ ਸਾਹਮਣੇ ਆ 4 ਫੁੱਟ ਦੀ ਬਿਜਾਈ ਵਾਲਾ ਨਵੀਆਂ ਵਿਧੀਆਂ 'ਚ ਬੀਜਣ ਵਾਲਾ, ਇਹਦੇ ਤਹਿਤ ਕੋਈ 5,000 ਹੈਕਟੇਅਰ ਏਰੀਆ ਤੇ ਕੋਈ ਵੱਖ-ਵੱਖ ਵਿਧੀਆਂ ਜਿੱਦਾਂ ਹੋਰ ਹੋ ਗਈਆਂ, ਜਿੱਦਾਂ ਵੱਢ ਵਾਲੀ ਹੋ ਗਈ, ਜਿੱਦਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖ ਵਿਧੀਆਂ ਥੱਲੇ ਟਿਸ਼ੂ ਕਲਚਰ ਥੱਲੇ ਵੀ ਏਰੀਆ ਹੈਗਾ। ਇਸ ਤਰ੍ਹਾਂ ਪੰਜਾਬ 'ਚ ਜਿਹੜਾ ਗੰਨੇ ਦਾ ਏਰੀਆ ਦਾ ਬਹੁਤ ਵਧੀਆ ਸਕੋਪ ਹੈ। ਕਿਸਾਨਾਂ ਨੂੰ ਇਹ ਬਹੁਤ ਵਧੀਆ ਲਾਹੇਵੰਦ ਫਸਲ ਆ, ਚੰਗਾ ਇਹਦਾ ਭਾਅ ਮਿਲ ਰਿਹਾ। ਪੰਜਾਬ ਸਰਕਾਰ ਨੇ ਸਾਰੇ ਭਾਰਤ ਨਾਲੋਂ ਵੱਧ 380 ਰੁਪਏ ਕੁਇੰਟਲ ਜਿਹੜਾ ਗੰਨੇ ਦਾ ਭਾਅ ਮਿਥਿਆ। ਕਿਸਾਨਾਂ ਦੀ ਬਿਹਤਰੀ ਵਾਸਤੇ ਜਿਹੜੀ ਪੰਜਾਬ ਸਰਕਾਰ ਆ ਬਹੁਤ ਕੰਮ ਕਰ ਰਹੀ ਹੈ। ਚੰਗਾ ਹਰ ਬਾਜਵਾ ਸਾਹਿਬ ਕਿੰਨੀਆਂ ਕੁ ਮਿੱਲਾਂ ਚੱਲਣ ਡਈਆਂ ਸੂਬੇ 'ਚ? ਇਸ ਸਮੇਂ 16 ਖੰਡ ਮਿਲਾਂ ਨੇ ਜੀ ਪੰਜਾਬ 'ਚ, ਜਿਸ 'ਚ 9 ਸਹਿਕਾਰੀ ਨੇ ਤੇ 7 ਪ੍ਰਾਈਵੇਟ ਹੈ ਜੀ। ਅੱਛਾ। ਤੇ ਇਹ ਸਾਰੀਆਂ ਮਿਲਾਂ ਜਿਹੜੀਆਂ ਨੇ ਨਵੰਬਰ ਮਹੀਨੇ ਵਿੱਚ ਪੜਾਈ ਸ਼ੁਰੂ ਕਰਦੀਆਂ ਨੇ ਤੇ ਅਪ੍ਰੈਲ ਤੋਂ ਜਾਂ ਮਈ ਤੱਕ ਵੀ ਇਹ ਜਾਂਦੀ ਹੈ ਪੜਾਈ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਕਈ ਵਾਰੀ ਸਾਨੂੰ ਸਮੱਸਿਆ ਆਉਂਦੀ ਕਿ ਮਾਇਆ ਕਿਸਾਨ ਨੂੰ ਸਮੇਂ ਸਿਰ ਮਿਲਦੀ ਨਹੀਂ, ਉਹਦੀ ਸਥਿਤੀ ਸਹੀ ਚੱਲਣ ਰਹੀ ਹੈ? ਬਿਲਕੁਲ ਸਹੀ ਚੱਲ ਰਹੀ ਹੈ ਜੀ। ਇਸ ਮੌਕੇ ਪੰਜਾਬ ਦੀਆਂ ਖੰਡ ਮਿਲਾਂ ਵੱਲੋਂ ਕਿਸਾਨਾਂ ਨੂੰ 99% ਜਿਹੜੀ ਪੇਮੈਂਟ ਉਹ ਕੀਤੀ ਜਾ ਚੁੱਕੀ ਹੈ ਔਰ ਕਿਸਾਨ ਇਸ ਗੱਲ ਦੇ ਵਧਾਈ ਦੇ ਪਾਤਰ ਵੀ ਨੇ ਕਿ 380 ਰੁਪਏ ਜਿਹੜਾ ਕੁਇੰਟਲ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਭਾਅ ਦਿੱਤਾ ਉਹ ਸਾਰੇ ਭਾਰਤ ਨਾਲੋਂ ਵੱਧ ਹੈ। ਹੁਣ ਡਾਕਟਰ ਅਮਰਜੀਤ ਸਿੰਘ ਦੁਸਾਂਝ ਮੇਰੇ ਨਾਲ ਨੇ। ਡਾਕਟਰ ਸਾਹਿਬ ਤੁਸੀਂ ਕੀ ਸਮਝਦੇ ਹੋ ਕਿ ਇਸ ਵਕਤ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਤੇ ਗੌਰ ਕਰਨ ਦੀ ਲੋੜ ਹੈ? ਆਪਾਂ ਹੁਣ ਗੁਰਦਾਸਪੁਰ ਜ਼ਿਲ੍ਹੇ 'ਚ ਖੜੇ ਹਾਂ ਔਰ ਇੱਥੋਂ ਜਿਹੜੇ ਆਸ-ਪਾਸ ਆ ਘੱਟੋ ਘੱਟ 3-4 ਮਿੱਲਾਂ ਸਾਡੇ ਕੋਲ ਖੰਡ ਮਿੱਲਾਂ ਪੈਂਦੀਆਂ ਨੇ ਔਰ ਇਹ ਜਿਹੜਾ ਖਾਸ ਪੌਕਟ ਮੰਨੀ ਜਾਂਦੀ ਹੈ ਗੰਨੇ ਦੀ ਪੈਦਾਵਾਰ ਵਾਸਤੇ। ਔਰ ਇੱਥੇ ਜਿਹੜਾ ਵਾ ਜੇ ਗੁਰਦਾਸਪੁਰ ਦੀ ਗੱਲ ਕਰੀਏ ਘੱਟੋ ਘੱਟ ਵੀ 23-24 ਹਜ਼ਾਰ ਹੈਕਟੇਅਰ ਰਕਬੇ 'ਚ ਗੰਨੇ ਦੀ ਕਾਸ਼ਤ ਹੁੰਦੀ ਹੈ, ਜਦ ਕਿ ਜੇ ਮਿਲ ਵਾਈਜ਼ ਦਾ ਰਿਜ਼ਰਵ ਏਰੀਆ ਵੇਖੇ ਤਾਂ ਘੱਟੋ ਘੱਟ 45-46 ਹਜ਼ਾਰ ਹੈਕਟੇਅਰ ਜਿਹੜੇ ਗੰਨਾ। ਫਸਲ ਠੀਕ ਹੈ ਇਸ ਵਕਤ? ਫਸਲ ਠੀਕ ਹੈ? ਜਿਹੜੀ ਗੰਨੇ ਦੀ ਫਸਲ ਹੈ ਨਾ, ਇਹ ਲੰਮੀ ਫਸਲ ਹੈ, 1 ਸਾਲ ਦੀ ਫਸਲ ਹੈ ਲਗਭਗ। ਸਾਰੇ ਮੌਸਮ ਦੇਖਦੀ ਆ, ਗਰਮੀ ਦਾ ਮੌਸਮ ਵੀ ਦੇਖਦੀ, ਬਰਸਾਤ ਦਾ ਮੌਸਮ ਵੀ ਦੇਖਦੀ, ਸਰਦੀ ਦਾ ਮੌਸਮ ਵੀ ਦੇਖਦੀ। ਮੁਸ਼ਕਲਾਂ ਆਉਂਦੀਆਂ ਨੇ, ਬਹੁਤ ਆਉਂਦੀਆਂ ਨੇ, ਪਰ ਉਹਨਾਂ ਵਾਸਤੇ ਅਪੀਲ ਕਰਨਾ ਚਾਹਾਂਗਾ ਕਿਸਾਨਾਂ ਨੂੰ ਕਿ ਮੋਨੀਟਰਿੰਗ ਬੜੀ ਜ਼ਰੂਰੀ ਹੈ। ਫਸਲ ਨੂੰ ਦੇਖਦੇ ਰਹਿਣਾ ਬੜਾ ਜ਼ਰੂਰੀ ਹੈ। ਬਿਮਾਰੀਆਂ ਵੀ ਆਉਂਦੀਆਂ, ਕੀੜੇ ਮਕੌੜੇ ਵੀ ਆਉਂਦੇ। ਮੌਸਮ ਚੱਲਣ ਡੇ ਅੱਜ ਕੱਲ੍ਹ, ਬਰਸਾਤ ਵੀ ਪੈਣ ਡਈ ਹੈ, ਥੋੜ੍ਹਾ ਚਮਾਸੇ ਟਾਈਪ ਵੀ ਲੱਗਣ ਡੇ ਨੇ, ਇਹਨਾਂ ਦਿਨਾਂ 'ਚ ਕੋਈ ਖਾਸ ਧਿਆਨ ਦੇਣ ਦੀ ਲੋੜ ਹੈ? ਬਿਲਕੁਲ ਮੈਂ ਉਸੇ ਗੱਲ 'ਤੇ ਵੀ ਇਹ 'ਤੇ ਬਿਮਾਰੀ ਵੀ ਪੈਂਦੀ ਹੈ ਔਰ ਕੀੜੇ ਮਕੌੜੇ ਵੀ ਆਉਂਦੇ ਆ। ਚਲੋ ਟਾਈਮ ਲੰਘ ਗਿਆ, ਪਰ ਮੈਂ ਕਿਸਾਨ ਵੀਰਾਂ ਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਜਦੋਂ ਗੰਨਾ ਬੀਜਿਆ, ਚਲੋ ਹੁਣ ਤਾਂ ਬੀਜ ਲਿਆ, ਅੱਗੇ ਫਿਰ ਬੀਜਣਾ ਤੁਸੀਂ। ਜਿਹੜੀ ਬੀਜ ਦੀ ਸੋਧ ਆ ਉਹ ਬੜੀ ਜ਼ਰੂਰੀ ਹੈ, ਕਿਉਂਕਿ ਇਹਦੀਆਂ ਜਿਹੜੀਆਂ ਗੰਨੇ ਦੀਆਂ ਬਿਮਾਰੀਆਂ ਉਹਨਾਂ ਵਾਸਤੇ ਕੋਈ ਡਾਇਰੈਕਟ ਅਜੇ ਤੱਕ ਨਹੀਂ ਹੈ ਵੀ ਕੋਈ ਬਿਮਾਰੀ ਹੋਈ ਤਾਂ ਆਪਾਂ ਸਪਰੇਅ ਕਰਤੀ ਤਾਂ ਬਿਮਾਰੀ ਦੂਰ ਹੋ ਗਈ। ਇਸ ਕਰਕੇ ਜਿਹੜੀ ਬੀਜ ਦੀ ਸੋਧ ਆ ਉਹ ਬਹੁਤ ਹੀ ਜ਼ਰੂਰੀ ਹੈ। ਬੀਜ ਦੀ ਸੋਧ ਵਾਸਤੇ ਐਥਰਲ ਦਵਾਈ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਿਫਾਰਿਸ਼ਸ਼ੁਦਾ ਦਵਾਈ ਆ, ਉਹ ਤੁਸੀਂ 25 ml 100 ਲੀਟਰ 'ਚ ਪਾ ਕੇ, ਅਗਰ ਤੁਹਾਨੂੰ ਪਾਣੀ ਜ਼ਿਆਦਾ ਚਾਹੀਦਾ ਉਹਦੇ ਮੁਤਾਬਕ ਦਵਾਈ ਦੀ ਮਿਕਦਾਰ ਜਿਹੜੀ ਆ ਉਹ ਵਧਾਈ ਜਾ ਸਕਦੀ। ਸਰ ਹਰਿੰਦਰ ਸਿੰਘ ਰਿਆੜ ਜੀ ਜਿਹੜੇ ਕਿ ਬੜੇ ਉੱਘੇ ਕਿਸਾਨ ਨੇ ਔਰ ਰਿਆੜ ਸਾਹਿਬ ਦਾ ਨਾਮ ਵੀ ਹੈਗਾ ਔਰ ਇਹਨਾਂ ਨੂੰ ਇਨਾਮ ਵੀ ਬੜੇ ਮਿਲੇ ਆ ਕੋਇੰਬਟੂਰ ਤੋਂ, ਨਾਲ ਪੰਜਾਬ ਦਾ ਵੀ ਇਹਨਾਂ ਨੂੰ ਇਨਾਮ ਮਿਲਿਆ ਚੰਗੀ ਵਧੀਆ ਗੰਨੇ ਦੀ ਪੈਦਾਵਾਰ ਕਰਨ ਵਾਸਤੇ। ਰਿਆੜ ਸਾਹਿਬ ਇਹ ਤੁਸੀਂ ਇਨਾਮ ਕਿਵੇਂ ਹਾਸਲ ਕੀਤੇ ਔਰ ਕਿਉਂ ਤੁਹਾਨੂੰ ਇਹ ਇਨਾਮ ਮਿਲੇ ਆ? ਕਿਉਂਕਿ ਗੱਲ ਇਹ ਆ ਕਿ ਆਪਾਂ ਕੁਆਲਿਟੀ ਦੀ ਗੱਲ ਕਰਨ ਦੇ ਆ, ਕਿਹੜੀ ਕੁਆਲਿਟੀ ਤੁਸੀਂ ਪੈਦਾ ਕਰਦੇ ਹੋ
ਤਾਂ ਕਿ ਤੁਹਾਨੂੰ ਚੰਗੇ ਇਨਾਮ ਵੀ ਮਿਲੇ ਹੈ? ਕੁਆਲਿਟੀ ਵਾਸਤੇ ਸਭ ਤੋਂ ਜ਼ਰੂਰੀ ਗੰਨੇ ਦੀ ਜਿਹੜੀ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਆ ਤੇ ਕੁਆਲਿਟੀ ਦੇ ਨਾਲ ਨਾਲ ਜਿਹੜਾ ਸਾਨੂੰ ਇਹਦੇ ਤੋਂ ਇਨਕਮ ਫੇਰ ਹੀ ਵੱਧ ਹੋ ਸਕਦੀ ਆ ਜੇਕਰ ਅਸੀਂ ਇਹਦੇ ਵਿੱਚ ਕੋਈ ਅੰਤਰ ਫਸਲ ਜਿਹੜੀ ਆ ਉਹ ਲੈ ਸਕੀਏ। ਤੇ ਕੁਆਲਿਟੀ ਵਾਸਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਹੈਗੀ ਆ ਜੀ ਗੰਨੇ ਦੀ ਦੂਰੀ ਹੋਣੀ ਬਹੁਤ ਜ਼ਰੂਰੀ ਆ। ਟ੍ਰੈਂਚ ਮੈਥਡ ਜਿਵੇਂ ਸਾਰੋਂ ਨੇ ਪਹਿਲਾਂ ਦੱਸਿਆ ਕਿ 4 ਫੁੱਟ ਤੇ ਜਾਂ 4.5 ਫੁੱਟ ਤੇ ਗੰਨਾ ਲੱਗਣਾ ਬਹੁਤ ਜ਼ਰੂਰੀ ਆ। ਸਾਡਾ ਜਿੰਨਾ ਵੀ ਗੰਨਾ ਰਕਬੇ ਦਾ 50 ਏਕੜ ਮੈਂ ਗੰਨੇ ਦੀ ਖੇਤੀ ਕਰਦਾ, ਸਾਰਾ ਰਕਬਾ ਜਿਹੜਾ ਵਾ ਉਹ 4.5 ਫੁੱਟ ਤੇ ਲੱਗਾ ਹੋਇਆ, ਜਿਹਦੇ ਵਿੱਚ ਸਾਨੂੰ ਜਿਹੜਾ ਵੀ ਕੋਈ ਖਾਦਾਂ ਸਪਰੇਆਂ ਉਹ ਕਰਨੀਆਂ ਵੀ ਆਸਾਨ ਆ ਤੇ ਉਹਦੇ ਵਿੱਚ ਸਾਨੂੰ ਨਦੀਨ ਕੰਟਰੋਲ ਕਰਨਾ ਵੀ ਜਿਹੜਾ ਵਾ ਉਹ ਆਸਾਨ ਰਹਿੰਦਾ। ਕੁਆਲਿਟੀ ਵਾਸਤੇ ਸਾਨੂੰ ਗੰਨੇ ਦੇ ਵਿੱਚ ਜਿਹੜਾ ਵਾ ਉਹ ਜੇ ਗੰਨਾ ਸਾਫ਼ ਹੋਊਗਾ ਵਿੱਚੋਂ, ਹੁਣ ਇਹ ਬਰਸਾਤਾਂ ਦੇ ਦਿਨ ਆ, ਤੁਸੀਂ ਪਿੱਛੇ ਵੇਖੋਗੇ ਸਾਰਾ ਗੰਨਾ ਜਿਹੜਾ ਵਾ ਬਿਲਕੁਲ ਸਾਫ਼ ਆ, ਕਿਤੇ ਵੀ ਘਾਹ ਦੀ ਤਿੜ ਜਿਹੜੀ ਨਹੀਂ ਲੱਭੇਗੀ। ਇਹ ਸਾਰੀ ਟਰੈਕਟਰ ਦੇ ਨਾਲ ਹੀ ਅਸੀਂ ਛੋਟਾ ਟਰੈਕਟਰ ਚਲਾ ਕੇ ਇਹਦੇ ਵਿੱਚ ਜਿਹੜਾ ਇਹ ਕੰਟਰੋਲ ਕੀਤਾ, ਕੋਈ ਇਹਦੇ 'ਚ ਸਪਰੇਆਂ ਨਹੀਂ ਕੀਤੀਆਂ। ਇਹ ਨਹੀਂ ਆ ਕਿ ਇਹਦੇ ਤੇ ਅਸੀਂ ਗੰਨੇ ਨੂੰ ਬਹੁਤ ਜ਼ਿਆਦਾ ਸਪਰੇਆਂ ਕਰੀਏ ਜਾਂ ਬਹੁਤ ਜ਼ਿਆਦਾ ਖਾਦਾਂ ਪਾਈਏ। ਇਹਦੇ ਨਾਲ ਕੀ ਆ ਕਿ ਜੇ ਅਸੀਂ ਗੰਨਾ ਟ੍ਰੈਂਚਰ ਦੇ ਨਾਲ ਲਾਵਾਂਗੇ ਕੁਆਲਿਟੀ ਵਾਸਤੇ, ਖਾਦਾਂ ਵੀ ਘੱਟ ਵਰਤੀਆਂ ਜਾਣਗੀਆਂ, ਸਪਰੇਆਂ ਵੀ ਘੱਟ ਹੋਣਗੀਆਂ ਤੇ ਗੰਨੇ ਦੀ ਰਿਕਵਰੀ ਵੀ ਵਧੇਗੀ ਤੇ ਗੰਨੇ ਦੀ ਆਮਦਨ ਵੀ ਵਧੇਗੀ। ਤੇ ਇਸ ਕਰਕੇ ਜਿਹੜਾ ਵਾ ਗੰਨੇ ਦੀ ਕੁਆਲਿਟੀ ਵਾਸਤੇ, ਆਮਦਨ ਵੱਧ ਲੈਣ ਵਾਸਤੇ ਸਾਨੂੰ ਮੈਂ ਸਮਝਣਾ ਕਿ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਜਦੋਂ ਅਸੀਂ ਕੁਆਲਿਟੀ ਪੈਦਾਵਾਰ ਲੈਣੀ ਹੈ ਤੇ ਸਪੇਸਿੰਗ ਵਧਾਓ, ਇਹ ਤੁਹਾਡਾ ਫਾਰਮੂਲਾ ਮੈਂ ਸਮਝਣਾ ਕਿ ਕਿਸਾਨ ਵੀਰਾਂ ਨੂੰ ਨੋਟ ਕਰਨਾ ਚਾਹੀਦਾ ਹੈ। ਅੱਛਾ, ਤੁਸੀਂ 50 ਕਿੱਲੇ ਗੰਨਾ ਲਾਉਂਦੇ ਹੋ ਤੇ ਕਿਹੜੀ ਕਿਸਮ ਲਾਉਂਦੇ ਹੋ, ਕਿਵੇਂ ਲਾਉਂਦੇ ਹੋ? ਟੈਂਸ਼ਨ ਵੀ ਦਾ ਜ਼ਿਕਰ ਕੀਤਾ ਹੈ, ਇਹ ਕਦੋਂ ਲਾਉਂਦੇ ਹੋ? ਇਹ ਸਾਰੀਆਂ ਮਨ 'ਚ ਗੱਲਾਂ ਆਉਂਦੀਆਂ ਕਿਉਂਕਿ ਤੁਸੀਂ ਕਾਮਯਾਬ ਕਾਸ਼ਤਕਾਰ ਹੋ। ਕੀ ਸਾਡੇ ਕਿਸਾਨ ਵੀਰਾਂ ਨੂੰ ਸਲਾਹ ਦੇਣੀ ਚਾਹੋਗੇ? ਹਾਂਜੀ ਸਰ, ਗੰਨੇ ਦੀ ਜਿਹੜੀ ਬਿਜਾਈ ਆ ਉਹ ਸਾਲ ਦੇ ਵਿੱਚ 2 ਵਾਰ ਹੁੰਦੀ ਆ। ਇੱਕ ਝੋਨਾ ਵੱਢ ਕੇ ਸਤੰਬਰ ਅਕਤੂਬਰ ਦੇ ਵਿੱਚ, ਤੇ ਉਸ ਤੋਂ ਬਾਅਦ ਫਿਰ ਫਰਵਰੀ ਮਾਰਚ ਤੇ ਕਣਕ ਕਟਾਈ ਕਰਕੇ ਵੀ ਲੱਗ ਸਕਦਾ। ਜਿਹੜੇ ਕਿਸਾਨ ਵੀਰ ਨੇ ਗੰਨਾ ਲਾਉਣਾ ਵਾ ਉਹਨਾਂ ਨੂੰ ਇਹ ਦੋਨਾਂ ਫਸਲਾਂ ਨੂੰ ਲਾਉਣਾ ਚਾਹੀਦਾ ਵਾ, ਦੋਨਾਂ ਸੀਜ਼ਨਾਂ ਦੇ ਵਿੱਚ ਬਿਜਾਈ ਕਰਨੀ ਚਾਹੀਦੀ ਆ, ਕਿਉਂਕਿ ਉਹਦੇ ਨਾਲ ਫਿਰ ਮਿੱਲਾਂ ਦੇ ਵਿੱਚ ਵੀ ਗੰਨਾ ਸਪਲਾਈ ਹੋਏਗਾ ਤੇ ਸਾਡੀ ਗੰਨੇ ਦੀ ਜਿਹੜੀ ਆ ਉਹ ਸਾਨੂੰ ਸਾਂਭਣਾ, ਗੰਨਾ ਬਿਜਾਈ ਕਰਨਾ ਵੀ ਸੌਖਾ ਰਹੇਗਾ। ਲਗਭਗ ਅਸੀਂ ਜਿਹੜਾ 50% ਗੰਨਾ ਜਿਹੜਾ ਵਾ, ਅੱਧਾ ਗੰਨਾ ਜਿਹੜਾ ਉਹ ਝੋਨਾ ਕਟਾਈ ਕਰਕੇ ਅਸੀਂ ਉਹ ਅੱਸੂ ਦੀ ਬਿਜਾਈ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਆਪਾਂ ਬੀਜਦੇ ਆ। ਤੇ ਉਹਦੇ ਵਿੱਚ ਅਸੀਂ ਜ਼ਿਆਦਾ ਵੈਰਾਈਟੀ ਜਿਹੜੀ ਆ ਉਹ ਇਸ ਵਾਰ CO 118 ਤੇ COPB 95 ਜਿਹੜੀ ਵੈਰਾਈਟੀ ਆ ਉਹ ਲਗਭਗ ਅਸੀਂ ਜ਼ਿਆਦਾ ਬੀਜੀ ਹੋਈ ਆ। ਪਹਿਲਾਂ 238 ਕਿਸਮ ਚੱਲਦੀ ਸੀ, ਪਰ ਉਹਨੂੰ 238 ਨੂੰ ਜਿਵੇਂ ਪਿਛਲੇ ਸਾਲਾਂ 'ਚ ਬਿਮਾਰੀਆਂ ਆਉਣ ਕਰਕੇ ਉਹਦਾ ਰਕਬਾ ਕਾਫੀ ਘਟ ਗਿਆ ਤੇ ਹੁਣ 118 ਤੇ 95 ਕਿਸਮ ਤੇ 96 ਕਿਸਮ, ਇਹ 3 ਕਿਸਮਾਂ ਜਿਹੜੀਆਂ ਉਹ ਜ਼ਿਆਦਾ ਬੀਜੀਆਂ ਹੋਈਆਂ। ਕਿੰਨਾ ਬੀਜ ਵਰਤਦੇ ਹੋ? ਉਹਦੇ ਸਰ ਜੇ ਤੁਸੀਂ ਟ੍ਰੈਂਚਰ ਦੇ ਨਾਲ ਸਿੱਧੀ ਬਿਜਾਈ ਕਰਦੇ ਆ, ਅਸੀਂ ਬਰੋਟੇ ਕੱਟ ਕੇ ਬਿਜਾਈ ਕਰਦੇ ਆ, ਤੇ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਸਾਡਾ ਜਿਹੜਾ ਬੀਜ ਆ, ਜਿਵੇਂ ਆਮ ਰਕਬੇ 'ਚ 30 ਕੁਇੰਟਲ ਸੀਡ ਲੱਗਦਾ ਤੇ ਇਹਦੇ ਨਾਲ ਸਾਡਾ ਜਿਹੜਾ ਸੀਡ ਆ ਉਹ 15 ਕੁਇੰਟਲ ਲੱਗਦਾ। ਜੇ ਅਸੀਂ ਨਰਸਰੀ ਤਿਆਰ ਕਰ ਲੈਂਦੇ ਆ ਤੇ ਫਿਰ ਜਿਹੜੀ ਇਹਦੀ 6 ਤੋਂ 7 ਕੁਇੰਟਲ ਗੰਨਾ ਜਿਹੜਾ ਉਹਦੀਆਂ ਅੱਖਾਂ ਕੱਟ ਕੇ ਅਸੀਂ ਪਨੀਰੀ ਤਿਆਰ ਕਰਕੇ ਜਾਂ ਉਹਦੀਆਂ ਸਿੰਗਲ ਅੱਖ ਦੇ ਨਾਲ ਅਸੀਂ ਜਿਹੜੀ ਬਿਜਾਈ ਟ੍ਰੈਂਚਰ ਦੇ ਨਾਲ ਕਰ ਸਕਦੇ ਆ। ਖਾਦਾਂ ਵੀ ਅੱਧੀਆਂ, ਦਵਾਈ ਵੀ ਅੱਧੀ, ਲੇਬਰ ਖਰਚਾ ਵੀ ਅੱਧਾ, ਸਾਰਾ ਇਹਦੇ ਤੇ ਜਿਹੜਾ ਲਾਗਤ ਖਰਚਾ ਵੀ ਆ ਉਹ ਵੀ ਘਟਦਾ ਇਹਦੇ ਨਾਲ, ਤੇ ਬੀਜ ਦੀ ਜਿਹੜੀ ਵੀ ਆ ਉਹ ਵੀ ਬਚਤ ਹੁੰਦੀ ਹੈ। ਡਾਕਟਰ ਬਾਜਵਾ ਜੀ, ਹੁਣ ਮਸ਼ੀਨੀਕਰਨ ਦਾ ਦੌਰ ਵੀ ਚੱਲਣ ਡਿਆ, ਸੋ ਕੀ ਤੁਹਾਡਾ ਕੇਨ ਕਮਿਸ਼ਨਰ ਆਫਿਸ ਜਿਹੜਾ ਹੈ ਉਹ ਕੋਈ ਅਜਿਹੀ ਦੀ ਸਹੂਲਤਾਂ ਜਿਹੜੀਆਂ ਕਿਸਾਨਾਂ ਨੂੰ ਦਿੰਦਾ? ਬਿਲਕੁਲ ਜੀ, ਅਸੀਂ ਹਰ ਵਾਰੀ ਜਿਹਦਾ ਇਹਨਾਂ ਨੂੰ ਜਿਹੜੇ ਮਿਲੇ ਨੇ ਹਾਰਵੈਸਟਰ ਮਿਲੇ ਨੇ, ਇਹ ਵੀ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੇ ਗਏ ਨੇ। ਤੇ ਹੋਰ ਵੀ ਜੇ ਕੋਈ ਇਹਨਾਂ ਵੱਲੋਂ ਕੋਈ ਮੰਗ ਆਉਂਦੀ ਹੈ ਥੱਲੇ, ਆਪਾਂ ਸਰਕਾਰ ਕੋਲ ਸਮੇਂ-ਸਮੇਂ ਸਿਰ ਇਹਨਾਂ ਨੂੰ ਦਵਾਈ ਕੇਨ ਕਮਿਸ਼ਨ ਦਫ਼ਤਰ ਦਵਾਉਂਦਾ ਇਹਨਾਂ ਨੂੰ। ਜਿੱਥੋਂ ਤੱਕ ਇਹ ਕਰਿਆੜ ਸਾਹਿਬ ਨੇ ਗੱਲ ਕੀਤੀ ਹੈ ਕਿ ਫਸਲ 'ਚ ਜਿੱਦਾਂ 4 ਫੁੱਟ ਦੀ ਪਿੱਛੇ ਫਸਲ ਖੜੀ ਹੈ, ਇਹਦੇ ਵਿੱਚ ਹੀ ਹਾਰਵੈਸਟਰ ਚੱਲਣਾ। ਇਸ ਕਰਕੇ ਗੰਨੇ ਦੀ ਫਸਲ ਨੂੰ ਮੈਕਨਾਈਜੇਸ਼ਨ ਗੰਨੇ ਦੀ ਬਹੁਤ ਜ਼ਰੂਰੀ ਹੈ, ਜਿਹਦੇ ਵਾਸਤੇ ਸਰਕਾਰ ਜਿਹੜੀ ਆ ਪੂਰੇ ਉਪਰਾਲੇ ਕਰ ਰਹੀ ਹੈ। ਤੇ ਜਿਹੜਾ ਹਾਰਵੈਸਟਰ ਹੈ ਇਹ ਕਿੰਨੀ ਕੁ ਕਾਸਟ ਹੈ, ਔਰ ਕਿਹੜਾ ਫਾਰਮਰ ਜਿਹੜਾ ਤੁਸੀਂ ਸਮਝਦੇ ਹੋ ਕਿ ਇਹਨੂੰ ਹਾਰਵੈਸਟਰ ਲੈਣਾ ਚਾਹੀਦਾ, ਕਿੰਨੇ ਏਕੜ ਵਾਲਾ ਜਾਂ ਕਿਰਾਏ ਤੇ ਵੀ ਚੱਲਦੇ ਹੋਣਗੇ? ਨਹੀਂ, ਇਹਦੇ ਵਿੱਚ ਕੋਈ ਲਗਭਗ 1.5 ਕਰੋੜ ਰੁਪਏ ਦੀ ਕਾਸਟ ਵਾਲਾ ਹੁੰਦਾ ਹੈ, ਇਸ ਲਈ ਛੋਟਾ ਫਾਰਮਰ ਤੇ ਇਹਨੂੰ ਲੈ ਨਹੀਂ ਸਕਦਾ। ਲੇਕਿਨ ਵੱਡੇ ਫਾਰਮਰ ਨੇ ਪੰਜਾਬ 'ਚ 7, 8, 10 ਹਾਰਵੈਸਟਰ ਚੱਲ ਰਹੇ ਨੇ ਔਰ ਬੜੇ ਕਾਮਯਾਬ ਚੱਲ ਰਹੇ ਨੇ। ਆਉਣ ਵਾਲੇ ਸਮੇਂ 'ਚ ਹੋਰ ਵੀ ਵਧਣਗੇ। ਮੇਰੇ ਖਿਆਲ ਇਹਦੇ ਨਾਲ ਲੇਬਰ ਦੀ ਸਮੱਸਿਆ ਦਾ ਲੇਬਰ ਦੀ ਕਾਫੀ ਸਮੱਸਿਆ ਦਾ ਹੱਲ ਹੋ ਜਾਏਗਾ, ਕਿਉਂਕਿ ਜਿਹੜੀ ਇਹ ਗੰਨਾ ਹੈ ਪਿਓਰਲੀ ਲੇਬਰ ਨਾਲ ਜੁੜੀ ਹੋਈ ਚੀਜ਼ ਹੈ ਤੇ ਲੇਬਰ ਜਿਹੜੀ ਆ ਸਾਨੂੰ ਪ੍ਰਵਾਸੀ ਲੇਬਰ ਤੇ ਨਿਰਭਰ ਹੋਣਾ ਪੈ ਰਿਹਾ, ਤੇ ਇਸ ਕਰਕੇ ਇਹ ਹਾਰਵੈਸਟਰ ਜਿਹੜੇ ਆ ਹੋਰ ਵੱਧ ਅਸੀਂ ਲਿਆਉਣ ਦੀ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਅਸੀਂ ਕੁਆਲਿਟੀ ਗੰਨੇ ਦੀ ਪੈਦਾਵਾਰ ਦੀ ਗੱਲ ਕਰਨੇ ਆ ਤੇ ਮਿੱਲਾਂ ਦਾ ਬੜਾ ਵੱਡਾ ਰੋਲ ਹੈ। ਅੱਛਾ, ਹੁਣ ਜਦੋਂ ਮਨੋਜ ਜੀ ਗੱਲ ਆਪਾਂ ਕਰਨੇ ਆ ਔਰ ਸੰਦੀਪ ਜੀ, ਇਹ ਦੋਵੇਂ ਮਿੱਲ ਤੋਂ ਹੀ ਤੁਸੀਂ ਕੰਮ ਕਰਦੇ, ਉੱਥੋਂ ਆਏ ਹੋ ਤੁਸੀਂ, ਕੁਆਲਿਟੀ ਪੈਦਾਵਾਰ ਕਿਉਂਕਿ ਚੰਗੀ ਹੋਏਗੀ ਤੇ ਮਿੱਲ ਨੂੰ ਵੀ ਫਾਇਦਾ ਹੋਊ। ਬਿਲਕੁਲ ਸਰ, ਮਿੱਲ ਨੂੰ ਚੰਗੀ ਰਿਕਵਰੀ ਮਿਲੂ ਤੇ ਕਿਸਾਨ ਖੁਸ਼ਹਾਲ ਰਹੂ। ਇਹ ਸਾਰੇ ਕੰਮ ਨਾਲੋਂ ਨਾਲ ਚੱਲਣੇ ਨੇ। ਕਿੱਦਾਂ ਦੀਆਂ ਸਹੂਲਤਾਂ ਮਿਲ ਵੱਲੋਂ ਦਿੰਦੇ ਹੋ ਮਨੋਜ ਜੀ? मिल वल्लो जैसे कि रियाड़ साहब ने बताया, मतलब हम लोगों ने ट्रंच भी सब्सिडी पे दिए है और जो सीड भी जो नई वैरायटी आती है
उसको जैसे मान लो हमें गुरदासपुर ACDO साहब के यहाँ से अलाट होता है, उस पर भी सब्सिडी देते हैं। ਦਵਾਈਆਂ ਵੀ ਦਿੰਦੇ ਹੋਗੇ ਸੰਦੀਪ ਸਿੰਘ ਜੀ? ਦਵਾਈਆਂ ਵੀ ਦਿੰਦੇ ਆ ਜੀ ਅਸੀਂ ਟਾਈਮ ਤੇ ਬਹੁਤ ਸਾਰੀਆਂ ਦਵਾਈਆਂ ਜੋ ਹੈ ਗੰਨੇ ਦੀ ਬਿਮਾਰੀ ਵਾਲੀ ਹੋ ਚਾਹੇ ਕੀਟ ਵਾਲੀ ਹੋ ਫਰਟੀਲਾਈਜ਼ਰ ਹੈ ਆਪਾਂ ਪ੍ਰੋਵਾਈਡ ਕਰਾਂਗੇ ਕਿਸੇ ਪ੍ਰੋਵਾਈਡ ਕਰਨ ਦੇ। ਅਮਰਜੀਤ ਸਿੰਘ ਜੀ, ਤੁਸੀਂ ਇਸ ਇਲਾਕੇ ਦੇ ਸਹਾਇਕ ਗੰਨਾ ਵਿਕਾਸ ਅਫਸਰ ਹੋ। ਚੰਗੀ ਪੈਦਾਵਾਰ ਹਾਸਲ ਕਰਨ ਵਾਸਤੇ ਕੁਝ ਖਾਸ ਨੁਕਤੇ ਇਸ ਵਕਤ ਹੋਣਗੇ ਜਿਨ੍ਹਾਂ ਨੂੰ ਧਿਆਨ ਦੇਣ ਦੀ ਲੋੜ ਹੈ, ਚਾਹੇ ਉਹ ਕੀੜਾ ਮਕੌੜਾ ਹੈ, ਤੇਲਾ ਹੈ, ਕੋਈ ਸੁੰਡੀ ਹੈ, ਕਿੱਦਾਂ ਦੇ ਉਪਰਾਲੇ ਕਰਨ ਦੀ ਲੋੜ ਹੈ, ਕੀ ਉਹਨਾਂ ਦੀਆਂ ਨਿਸ਼ਾਨੀਆਂ ਨੇ ਤਾਂ ਕਿ ਕਿਸਾਨ ਵੀਰ ਜਿਹੜੇ ਨੇ ਉਹ ਥੋੜ੍ਹੀ ਅਵੇਅਰ ਹੋ ਜਾਣ। ਇੱਕ ਤੁਸੀਂ ਕਿਹਾ ਸੀ ਵੀ ਚੱਕਰ ਜ਼ਰੂਰ ਮਾਰਨਾ ਚਾਹੀਦਾ ਖੇਤਾਂ 'ਚ, ਹੈ ਨਾ? ਖੇਤਾਂ 'ਚ ਚੱਕਰ ਮਾਰਾਂਗੇ ਤੇ ਕਾਫੀ ਹੱਦ ਤੱਕ ਫਸਲ ਆਪ ਬੋਲਦੀ ਹੈ ਕਿ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ। ਸੋ ਜਿਸ ਸਥਿਤੀ 'ਚ ਫਸਲ ਇਸ ਵਕਤ ਖੜੀ ਹੈ, ਕਿਹੜੇ ਕਿਹੜੇ ਖਾਸ ਉਪਰਾਲੇ ਕਰਨ ਦੀ ਲੋੜ ਹੈ? ਜੋ ਆਪਾਂ ਗੰਨੇ ਦੇ ਫਸਲ ਦੇ ਕੇਸ 'ਚ ਗੱਲ ਕਰਦੇ ਹਾਂ, ਕੁਆਲਿਟੀ ਦਾ ਮਤਲਬ ਇੱਕ ਕਿਸਾਨ ਦਾ ਟੀਚਾ ਝਾੜ ਲੈਣਾ ਤਾਂ ਹੁੰਦਾ ਹੀ ਆ, ਪਰ ਝਾੜ ਲੈਣ ਦੇ ਨਾਲ ਨਾਲ ਉਹਦੀ ਜਿਹੜਾ ਵਾ ਸ਼ੂਗਰ ਕੰਟੈਂਟ ਗੰਨੇ ਦਾ ਉਹ ਵੀ ਵਧਣਾ ਚਾਹੀਦਾ, ਔਰ ਨਾਲ ਨਾਲ ਸ਼ੂਗਰ ਰਿਕਵਰੀ ਵੀ, ਕਿਉਂਕਿ ਜਿਹੜੇ ਕਿਸਾਨ ਆ ਉਹ ਮਿੱਲਾਂ ਨਾਲ ਆ, ਮਿੱਲਾਂ ਕਿਸਾਨਾਂ ਦੇ ਨਾਲ ਆ, ਤੇ ਗੰਨੇ ਦੀ ਫਸਲ ਨੂੰ ਇਸ ਤਰ੍ਹਾਂ ਹੀ ਕਿਸਾਨ ਨੂੰ ਲਾਭ ਦਿੰਦੀ ਰਹੇ। ਇਹਦੇ ਵਾਸਤੇ ਜਿਹੜੀ ਆ ਇਹਦੀ ਕੁਆਲਿਟੀ ਬਹੁਤ ਜ਼ਰੂਰੀ ਹੈ, ਔਰ ਕੁਆਲਿਟੀ ਲਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੋਨੀਟਰਿੰਗ ਕਰਕੇ ਕੀੜੇ ਮਕੌੜੇ ਬਿਮਾਰੀਆਂ ਜਿਹੜੀਆਂ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਉਹਨਾਂ ਦਾ ਕੰਟਰੋਲ ਕਰਨਾ ਚਾਹੀਦਾ। ਔਰ ਉਹਦੇ ਨਾਲ ਨਾਲ ਇੱਕ ਮੈਂ ਥੋੜ੍ਹਾ ਕਿਸਾਨਾਂ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਜਦੋਂ ਗੰਨੇ ਦੀ ਫਸਲ ਬੀਜਣੀ ਉਹਦੇ ਵਾਸਤੇ ਪਲੈਨਿੰਗ ਬੜੀ ਜ਼ਰੂਰੀ ਹੈ, ਕਿਉਂਕਿ ਜਿਹੜੀ ਗੰਨੇ ਦੀ ਫਸਲ ਦੇ 2 ਸੀਜ਼ਨ ਹੈ। ਆਪਾਂ ਸਤੰਬਰ ਅਕਤੂਬਰ 'ਚ 20 ਸਤੰਬਰ ਤੋਂ ਲੈ ਕੇ 20 ਅਕਤੂਬਰ ਤੱਕ ਬਿਜਾਈ ਕਰਦੇ ਹਾਂ, ਉਸ ਤੋਂ ਬਾਅਦ ਫਰਵਰੀ ਮਾਰਚ, ਔਰ 2 ਸੀਜ਼ਨਾਂ ਵਿੱਚ ਇਹਦੀ ਬਿਜਾਈ ਹੁੰਦੀ ਆ, ਔਰ ਦੂਜਾ ਨਵੀਂ ਬੀਜੀ ਫਸਲ ਵੀ ਹੁੰਦੀ ਪਲੱਸ ਮੋਢੇ ਦੀ ਵੀ। ਔਰ ਇਹ ਜਿਹੜੀ ਰਿਕਵਰੀ ਜਿਹੜੀ ਫਸਲ ਦੀ ਉਹ ਤਾਂ ਹੀ ਬਣਦੀ ਗੰਨੇ ਦੀ ਜੇਕਰ ਇਹਨੂੰ ਮੈਚੋਰ ਹੋਣ ਲਈ ਪੂਰਾ ਟਾਈਮ ਮਿਲਦਾ ਵਾ, ਤਾਂ ਹੀ ਉਹਦੀ ਕੁਆਲਿਟੀ ਬਣੇਗੀ। ਉਹਦੇ ਵਾਸਤੇ ਇੱਕ ਜਿਹੜੀ ਪਲੈਨਿੰਗ ਕਰਨ ਦੀ ਬੜੀ ਲੋੜ ਆ ਕਿਸਾਨ ਨੂੰ, ਔਰ ਉਹਦੇ ਵਾਸਤੇ ਚਾਹੀਦਾ ਕਿਸਾਨ ਨੂੰ ਕਿ ਜਦੋਂ ਉਹਨੇ ਕਟਾਈ ਕਰਨੀ ਹੈ ਗੰਨੇ ਦੀ ਉਸ ਪਲੈਨਿੰਗ ਦੇ ਨਾਲ ਕਰੇ। ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਸਾਨ ਨੂੰ ਕਿ ਜਦੋਂ ਇਹਦੀ ਬਿਜਾਈ ਕਰਨੀ ਆ ਤੇ ਸਾਡੇ ਕੋਲ 2 ਤਰ੍ਹਾਂ ਦੀਆਂ ਕਿਸਮਾਂ ਨੇ ਗੰਨੇ ਦੀਆਂ, ਇੱਕ ਅਗੇਤੀਆਂ ਕਿਸਮਾਂ, ਇੱਕ ਜਿਹੜੀ ਦਰਮਿਆਨੀ ਤੇ ਪਛੇਤੀਆਂ ਕਿਸਮਾਂ। ਜਿਹੜੀਆਂ ਅਗੇਤੀਆਂ ਕਿਸਮਾਂ ਉਹਦੇ ਵਿੱਚ COPB 95 ਆ, 96 ਆ, 118 ਵਾ, ਫਿਰ 85 64 ਇਹ ਵੈਰਾਈਟੀਆਂ ਅਗੇਤੀਆਂ ਕਿਸਮਾਂ ਦੇ ਨਾਲ ਹੀ ਜਿਹੜੀਆਂ ਦਰਮਿਆਨੀਆਂ ਤੇ ਪਛੇਤੀਆਂ ਕਿਸਮਾਂ ਵੀ ਆ ਜਿਹਦੇ ਵਿੱਚ 98 ਆ ਜਾਂਦੀ ਹੈ ਜਾਂ 238 ਆ ਜਾਂਦੀ ਹੈ। ਸੋ ਇਹਨਾਂ ਨੂੰ 2 ਦੇ ਅਨੁਪਾਤ ਵਿੱਚ ਕਿਸਾਨ ਨੂੰ ਲਾਉਣਾ ਚਾਹੀਦਾ। ਦਰਮਿਆਨੇ 3-2 ਦੇ ਅਨੁਪਾਤ 'ਚ ਲਾ ਕੇ ਜਿਹੜੀ ਅਗੇਤੀ ਕਿਸਮ ਆ ਉਹਨੂੰ ਫਿਰ 2-1 ਦੇ ਅਨੁਪਾਤ ਦੇ ਵਿੱਚ ਬਸੰਤ ਰੁੱਤ ਅਤੇ ਪਤਝੜ ਦੇ ਰੁੱਤ ਵਿੱਚ, ਔਰ ਉਸ ਤੋਂ ਬਾਅਦ ਜਿਹੜਾ ਆਪਣੀ ਮੋਢੀ ਫਸਲ ਤੇ ਨਵੀਂ ਲਾਈ ਫਸਲ ਉਹਦਾ ਵੀ ਅਨੁਪਾਤ ਜਿਹੜਾ 1-1 ਰੱਖਣਾ ਚਾਹੀਦਾ। ਇਹ ਅਨੁਪਾਤ ਕਿਉਂ ਰੱਖਣਾ ਚਾਹੀਦਾ? ਕਾਰਨ ਕੀ? ਅਨੁਪਾਤ ਇਸ ਕਰਕੇ ਰੱਖਣਾ ਚਾਹੀਦਾ ਕਿ ਜਿਹੜਾ ਗੰਨੇ ਜਿਹੜਾ ਮਿਲਦਾ ਸੀਜ਼ਨ ਆ ਥੋੜ੍ਹੇ ਟਾਈਮ ਲਈ ਹੁੰਦਾ, ਜਿਹੜਾ ਨਵੰਬਰ ਦੇ ਵਿੱਚ ਮਿਲਣਾ ਜ਼ਿਆਦਾਤਰ ਸ਼ੁਰੂ ਹੁੰਦੀਆਂ, ਅਪ੍ਰੈਲ 'ਚ ਬੰਦ ਹੋ ਜਾਂਦੀਆਂ, ਅਤੇ ਉਹਦੇ ਵਾਸਤੇ ਆਪਾਂ ਨੂੰ ਕਿਸਾਨ ਨੂੰ ਲਗਾਤਾਰ ਪਰਚੀ ਮਿਲਦੀ ਰਹੇ। ਔਰ ਦੂਜੀ ਗੱਲ ਇਹ ਕਿ ਗੰਨਾ ਜਿਹੜਾ ਵਾ ਉਹ ਮੈਚਿਓਰ ਹੁੰਦਾ ਰਹੇ। ਜਿਹੜਾ ਪਹਿਲੋਂ ਗੰਨਾ ਬੀਜਿਆ ਉਹ ਆਪਾਂ ਪਹਿਲਾਂ ਮਿੱਲ 'ਚ ਖੜਨਾ, ਜਿਹੜਾ ਬਾਅਦ 'ਚੋਂ ਗੰਨਾ ਬੀਜਿਆ ਉਹਨੂੰ ਆਪਾਂ ਤਾਂ ਕਿ ਉਹਨੂੰ ਮੈਚਿਓਰਟੀ ਪੀਰੀਅਡ ਹੋਰ ਚਾਹੀਦਾ, ਜੇ ਘੱਟੋ ਘੱਟ 12 ਮਹੀਨੇ ਦੀ ਫਸਲ ਆ ਉਹਦੇ ਨਾਲ ਉਹਦੀ ਸ਼ੂਗਰ ਕੰਟੈਂਟ ਵੱਧਦਾ, ਉਹਦੀ ਰਿਕਵਰੀ ਵੱਧਦੀ ਆ। ਇਸ ਕਰਕੇ ਇਹ ਜਿਹੜਾ ਅਨੁਪਾਤ ਨੂੰ ਮੇਨਟੇਨ ਕਰਨਾ ਜਿਹੜਾ ਬਹੁਤ ਜ਼ਰੂਰੀ ਆ। ਰਿਆੜ ਸਾਹਿਬ, ਦੇਖੋ ਜਦੋਂ ਅਸੀਂ ਗੰਨੇ ਦੀ ਬਿਜਾਈ ਦਾ ਜ਼ਿਕਰ ਕਰਨੇ ਆ ਤੇ ਤੁਸੀਂ ਮੈਨੂੰ ਦੱਸਿਆ ਸੀ ਕਿ ਤੁਸੀਂ ਪਨੀਰੀ ਰਾਹੀਂ ਵੀ ਕਾਸ਼ਤ ਕਰਦੇ ਹੋ, ਔਰ ਬੜੀ ਮੈਂ ਸਮਝਦਾ ਕਿ ਬੜੀ ਵਧੀਆ ਸੁਣਿਆ ਸਾਡੇ ਕਿਸਾਨਾਂ ਨੂੰ ਕਿ ਜੇ ਅਸੀਂ ਪਨੀਰੀ ਬੀਜ ਲਈ ਉਹਦੇ ਨਾਲ ਨਾਗੇ ਨਹੀਂ ਹੁੰਦੇ, ਬੜਾ ਵਧੀਆ ਢੰਗ ਦੇ ਨਾਲ ਅਸੀਂ ਨਰੋਈ ਚੰਗੇ ਕਮਾਦ ਦੀ ਪਨੀਰੀ ਬੀਜ ਸੀ, ਔਰ ਬੀਜ ਵੀ ਮੁੱਲ ਦਾ ਘੱਟ ਲੱਗਦਾ ਹੋਣੇਗਾ। ਇਹਦੇ ਬਾਰੇ ਜਾਣਕਾਰੀ ਦਿਓ ਜਰਾ। ਇਸ ਵੇਲੇ ਸਭ ਤੋਂ ਜਿਹੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਚੱਲ ਰਹੀ ਆ, ਇੱਕ ਤਾਂ ਉਹ ਪਾਣੀ ਦੀ ਸਮੱਸਿਆ ਕਿ ਪਾਣੀ ਦਾ ਲੈਵਲ ਜਿਹੜਾ ਉਹਨੂੰ ਰੋਕਣਾ ਕਿਵੇਂ, ਉਹ ਥੱਲੇ ਜਾ ਰਿਹਾ। ਦੂਸਰੀ ਜਿਹੜੀ ਸਮੱਸਿਆ ਸਾਡੇ ਲੇਬਰ ਦੀ ਸਮੱਸਿਆ ਜਿਹੜੀ ਸਭ ਤੋਂ ਜ਼ਿਆਦਾ, ਉਹ 'ਚ ਗੰਨੇ ਦੀ ਗਡਾਈ ਦੀ ਸਮੱਸਿਆ ਆ ਜਾਂਦੀ, ਗੰਨੇ ਦੀ ਕਟਾਈ ਦੀ ਸਮੱਸਿਆ। ਜਦੋਂ ਅਸੀਂ ਟਰੈਂਚਰ ਦੇ ਨਾਲ ਗੰਨਾ ਲਾਉਂਦੇ ਆ, ਇੱਕ ਤੇ ਸਾਡਾ ਪਾਣੀ ਜਿਹੜਾ ਵਾ ਉਹ ਬਹੁਤ ਇਹਦੇ ਨਾਲ ਘੱਟ ਲੱਗਦਾ। ਹੁਣ ਤੁਸੀਂ ਪਿੱਛੇ ਗੰਨਾ ਵੇਖਿਆ ਹੀ ਆ, ਗੰਨੇ ਨੂੰ ਮਿੱਟੀ ਲੱਗੀ ਹੋਈ, ਇਹ 4 ਏਕੜ ਦਾ ਪਲਾਟ ਆ। ਇਹਦੇ 'ਚ ਸਿਰਫ ਜਦੋਂ ਪਾਣੀ ਲਾਉਣਾ, ਅਸੀਂ ਲਾਈਨਾਂ ਦੇ ਵਿੱਚ ਪਾਣੀ ਲਾਉਣਾ, 40 ਤੋਂ ਮਤਲਬ 50% ਪਾਣੀ ਸਾਡਾ ਆਮ ਰਵਾਇਤੀ ਤਰੀਕੇ ਨਾਲੋਂ ਫਲੱਡ ਨਾਲੋਂ ਬਚਦਾ। ਦੂਸਰੀ ਗੱਲ ਆ ਗਈ ਇਹਦੇ ਵਿੱਚ ਜਿਹੜੀ ਅਸੀਂ ਹਾਰਵੈਸਟਰ ਦੀ ਗੱਲ ਕਰਦੇ ਹਾਂ ਕਿ ਲੇਬਰ ਦੀ ਅਸੀਂ ਜਿਹੜੀ ਗਡਾਈ ਕਰਨੀ ਆ ਉਹ ਵੀ ਸਾਡੀ ਟਰੈਕਟਰ ਦੇ ਨਾਲ ਹੋ ਗਈ, ਭਾਵੇਂ ਵੱਡੇ ਨਾ ਕਰ ਲਓ ਭਾਵੇਂ ਛੋਟੇ ਨਾ ਕਰ ਲਓ। ਉਸ ਤੋਂ ਬਾਅਦ ਸਾਡੀ ਗੱਲ ਆ ਗਈ ਕਿ ਹਾਰਵੈਸਟਰ ਦੀ ਜਿਹੜੀ ਅਸੀਂ ਇਹਦੇ ਨਾਲ ਆਪਾਂ ਕਟਾਈ ਜਿਹੜੀ ਆ ਉਹ ਹਾਰਵੈਸਟਰ ਜਿਹੜੀ ਆ ਉਹਦੇ ਨਾਲ ਅਸੀਂ ਕਰਾ ਸਕਦੇ ਹਾਂ। ਅੱਛਾ, ਹੁਣ ਰਿਆੜ ਸਾਹਿਬ, ਇਸ ਵਕਤ ਗੰਨਾ ਤੁਹਾਡਾ ਖੜਾ ਹੈ ਔਰ ਮੈਂ ਸਮਝਣਾ ਕੁਆਲਿਟੀ ਪੈਦਾਵਾਰ ਦੇ ਵਿੱਚ ਇੱਕ ਬੜੀ ਵੱਡੀ ਇੱਕ ਜ਼ਰੂਰਤ ਹੈ ਕਿ ਸਾਡੇ ਕਿਉਂਕਿ ਮਿੱਠੀ ਫਸਲ ਹੈ ਜੀ, ਔਰ ਕਈ ਤਰ੍ਹਾਂ ਦੇ ਕੀੜੇ ਤੇ ਆਉਂਦੇ ਹੋਣਗੇ, ਤੁਸੀਂ ਬਿਹਤਰ ਜਾਣਦੇ ਹੋ, ਤੁਹਾਨੂੰ ਭੁਗਤਣਾ ਪੈਂਦਾ, ਸਪਰੇਆਂ ਤੁਹਾਨੂੰ ਕਰਨੀਆਂ ਪੈਂਦੀਆਂ।
ਕੀ ਧਿਆਨ ਰੱਖਦੇ ਹੋ ਘੱਟ ਸਪਰੇਆਂ ਵਾਸਤੇ? ਕੀ ਤੁਸੀਂ ਕੋਈ ਜੈਵਿਕ ਢੰਗ ਵਰਤਦੇ ਹੋਵੋਗੇ? ਕਿੱਦਾਂ ਦੇ ਉਪਰਾਲੇ ਕਰਦੇ ਹੋ ਤਾਂ ਕਿ ਸਪਰੇਆਂ ਘਟਾਈਆਂ ਜਾਣ, ਖਰਚਾ ਘਟਾਇਆ ਜਾਵੇ ਔਰ ਕੁਆਲਿਟੀ ਪੈਦਾਵਾਰ ਜਿਹੜੀ ਏ, ਚੰਗੀ ਰਿਕਵਰੀ ਦੀ ਪੈਦਾਵਾਰ ਜਿਹੜੀ ਏ ਮਿਲ ਨੂੰ ਪਹੁੰਚਾਈ ਜਾ ਸਕੇ? ਵੇਖੋ ਸਰ, ਜਿਵੇਂ ਗੰਨੇ ਦੀ ਫਸਲ ਦੀ ਮੈਂ ਗੱਲ ਕਰਦਾ, ਜਦੋਂ ਹੁਣ ਇਹ ਗੰਨਾ ਪਿੱਛੇ ਲੱਗਾ ਹੋਇਆ, ਇਹਦੇ ਵਿੱਚ ਤੁਸੀਂ ਜੇ ਵਿੱਚ ਵੜਾਂਗੇ, ਹੁਣ ਚਲੋ ਬਰਸਾਤ ਕਰਕੇ ਵਿੱਚ ਇਹ ਗਿੱਲੀ ਜ਼ਮੀਨ ਆਪਾਂ ਨਹੀਂ ਜਾ ਸਕਦੇ, ਇਹਦੇ 'ਚ ਧੁੱਪ ਜਿਹੜੀ ਉਹ ਪੂਰੀ ਥੱਲੇ ਤੱਕ ਪੈ ਰਹੀ ਹੈ। 2-3 ਘੰਟੇ ਧੁੱਪ, ਜਿੱਥੇ ਵੀ ਧੁੱਪ ਪਹੁੰਚਦੀ ਆ ਉੱਥੇ ਬਿਮਾਰੀ ਵੀ ਘੱਟ ਆਏਗੀ, ਭਾਵੇਂ ਫੰਗਸ ਦੀ ਬਿਮਾਰੀ ਆ, ਕੀੜਾ ਮਕੌੜਾ ਵੀ ਘੱਟ ਆਏਗਾ। ਸਭ ਤੋਂ ਵੱਡੀ ਗੱਲ ਵੀ ਇਹਦੇ 'ਚ ਦੂਸਰੇ ਗੰਨੇ ਦੇ ਮੁਕਾਬਲੇ ਜਿਹੜੀਆਂ ਬਿਮਾਰੀਆਂ ਉਹ ਘੱਟ ਆਉਂਦੀਆਂ। ਔਰ ਦੂਸਰੀ ਗੱਲ, ਇਹਦੇ ਵਿੱਚ ਸਪਰੇਅ ਕਰਨੀ ਬਹੁਤ ਸੌਖੀ ਆ। ਹੁਣ ਵੀ ਜਿਵੇਂ ਇਹਨਾਂ ਦਿਨਾਂ 'ਚ ਜਿਵੇਂ ਤੁਸੀਂ ਪੁੱਛ ਰਹੇ ਸੀ ਕਿ ਬਰਸਾਤਾਂ ਦੇ ਦਿਨ ਆ, ਸਾਡੇ ਇੱਕ ਪੋਕਾ ਬੋਇੰਗ ਦੀ ਬਿਮਾਰੀ ਕਿਤੇ ਕਿਤੇ ਆ ਰਹੀ, ਫੰਗਸ ਦੀ ਬਿਮਾਰੀ ਆ, ਉਹਦੀ ਸਪਰੇਅ ਕਰਨੀ ਜੇ ਦੂਸਰੇ ਗੰਨੇ 'ਚ ਕਰਨੀ ਹੋਵੇ ਤੇ ਬਹੁਤ ਔਖੀ ਆ, ਕਿਉਂਕਿ 2 ਫੁੱਟ ਤੇ ਜੇ ਗੰਨਾ ਲੱਗਾ ਉਹਦੇ 'ਚ ਲੰਘ ਨਹੀਂ ਸਕਦੇ। ਨਿਸ਼ਾਨੀਆਂ ਕੀ ਨੇ ਉਹਦੀਆਂ? ਨਿਸ਼ਾਨੀਆਂ ਉਹਦੇ ਜਿਹੜਾ ਪੱਤਾ ਵਾ ਉਹ ਇਕੱਠਾ ਹੋ ਜਾਂਦਾ, ਉਹਨੂੰ ਵੱਟ ਜਿਹਾ ਪੈ ਜਾਂਦਾ, ਤੇ ਉਹਦੇ ਤੋਂ ਪਤਾ ਲੱਗ ਜਾਂਦਾ ਜੇ ਵਿੱਚ ਕਿਸਾਨ ਵੀਰ ਵਿੱਚ ਜਾ ਕੇ ਜੇ ਆਪਣਾ ਉਹਦਾ ਨਿਰੀਖਣ ਕਰਨ, ਚੰਗੀ ਤਰ੍ਹਾਂ ਵੇਖਣ, ਤੇ ਉਹ ਕਿਤੇ ਕਿਤੇ ਬਿਮਾਰੀ ਜਿਹੜੀ ਉਹ ਸ਼ੁਰੂ ਹੋ ਗਈ ਆ। ਹੁਣ ਅਸੀਂ ਸਪਰੇਅ ਕਰ ਰਹੇ ਆ ਕੁਝ ਵੈਰਾਈਟੀਆਂ, ਜਿਹੜਾ ਸਾਡਾ ਮੋਢਾ ਗੰਨਾ ਉਹਦੇ 'ਚ ਬਿਮਾਰੀ ਆਈ ਆ, ਪਰ ਉਹਦੇ ਵਿੱਚ ਇਹ ਆ ਵੀ ਸਾਨੂੰ ਸਪਰੇਅ ਕਰਨੀ ਬਹੁਤ ਸੌਖੀ ਆ। ਟਰੈਕਟਰ ਅਸੀਂ ਬਾਹਰ ਖੜਾ ਕਰਦੇ, ਪਾਈਪ ਦੇ ਨਾਲ 4 ਸਿਆੜ ਇੱਕ ਬੰਨਿਓ ਆਪਾਂ ਜਾਂਦੇ ਲੈ ਜਾਂਦੇ ਆ ਤੇ 4 ਉਧਰੋਂ ਅਸੀਂ ਆਉਂਦਿਆਂ ਲੈ ਜਾਂਦੇ ਆ, ਵੀ ਸਾਨੂੰ ਸਪਰੇਅ ਕਰਨੀ ਜਿਹੜੀ ਆ ਉਹ ਆਸਾਨ ਆ। मित्र कीड़े अपने ट्राइकोडर्मा कार्ड दिए है, वो एक एकड़ के मात्र 400 रुपए के है। उसको 8 बार हम लोग एप्लीकेशन कराएंगे। ਤੁਹਾਡੇ ਕੋਲ ਮਿਲਦੇ ਨੇ ਉਹ? वो हम यहाँ से खालसा कॉलेज से लेकर आते हैं, और जो मेन जमींदार हैं जो उसको एप्लीकेशन करते हैं उनको हम लोग देते हैं। उससे भी मतलब ये कीड़ों को रोकथाम ਕਿਹੜਾ ਕੀੜਾ ਰੁਕਦਾ ਉਹਦੇ ਨਾਲ? ये आपका टॉप बोरर वगैरह रुकता है, अर्ली सूट बोरर रुकता है, 2 बीमारियों में काम करता ਕਿੱਲੇ ਦਾ 400 ਰੁਪਏ ਦਾ ਖਰਚਾ ਹੈ? है। हाँ जी, मात्र 400 रुपए। 400 ਰੁਪਏ ਨਾਲ 3 ਵਾਰੀ ਲੱਗਦੇ ਨੇ ਕਿ ਇੱਕ ਵਾਰੀ? सर 8 बारी लगेंगे। 8 ਵਾਰੀ? जी ਤੇ ਬੜਾ ਵਧੀਆ ਸਪਰੇਅ ਨਾਲ ਤੇ ਚੰਗਾ ਕੰਮ ਹੈ। बिल्कुल जी बिल्कुल, इससे टॉप बोरर भी रुकता है, अर्ली सूट बोरर भी। ਕਿਸਾਨ ਅੰਮ੍ਰਿਤਸर ਲੈਣ ਜਾਊ ਤਾਂ ਉਹੀ ਮੇਲਾ नहीं सर, हम ही अप्रूव्ड कराते हैं, जमींदार के घर पे हम ही दे के जाते हैं मिल की तरफ से जी। ਤੇ ਇਹ ਕਾਰਡ ਇੱਕ ਕਿੱਲੇ 'ਚ ਕਿੰਨੇ ਲੱਗਦੇ ਆ? 1 किले में लगभग 1 कार्ड आता है, उसके हम 20 टुकड़े करते हैं, और वो डिस्टेंस के हिसाब से उसमें स्टेपलिंग करी जाती है। ਕਾਫੀ ਅਵੇਲੇਬਲ ਨੇ ਕਿ ਬਹੁਤ ਘੱਟ ਗਿਣਤੀ 'ਚ ਇਹ ਮਿਲਦੇ ਨੇ? हर पिंड में लगभग 5-6 जमींदारों को अप्रूव्ड करा रहे हैं जी। ਤੇ ਜੇ ਬਾਕੀ ਮੰਗਦੇ ਹੋਣ ਤੇ ਉਹਨਾਂ ਨੂੰ ਫਿਰ? उनको हो जाएंगे जी जी। ਅੱਛਾ, ਹੋਰ ਇਸ ਤੋਂ ਇਲਾਵਾ ਇੱਕ ਤਾਂ ਟ੍ਰਾਈਕੋ ਕਾਰਡ ਹੋ ਗਿਆ, ਬੜਾ ਵਧੀਆ ਉਪਰਾਲਾ, ਕਿਉਂਕਿ ਜਿਹੜੇ ਕੀੜੇ ਦੂਜੇ ਨੇ ਸਾਡੇ ਹਾਨੀਕਾਰਕ ਕੀੜੇ ਤੁਸੀਂ ਦੱਸਿਆ, ਉਹ ਇਹਦੇ ਨਾਲ ਮਰ ਜਾਂਦੇ ਹੋਣਗੇ ਜਾਂ ਉਹਨਾਂ ਨੂੰ ਖਾ ਲੈਂਦੇ ਹੋਣਗੇ। ਹੋਰ ਕੀ ਢੰਗ ਹੈਗੇ ਨੇ? एक सर लाइट ट्रैप कार्ड आता है, उसको लगभग 60-70 रुपए का मिलता है। जैसे अपनी अगर किसी की लाइट की व्यवस्था है, तो अब ये जैसे खेत है रियाड़ साहब का, यहाँ पे एक डंडे में एक बल्ब हम लोग लगाएंगे उसको रात को, तो जैसे ही लाइट से वो जलेगा तो जो इसकी एडल्ट होगी, जो आपकी मेन एडल्ट इसकी जो तितली होगी, वो उस पर आएगी रोशनी में। नीचे हम उसके ड्रम रख देंगे काट कर, जिसमें कोई इंसेक्टिसाइड या फिर तेल वगैरह डाल देंगे, तो जैसे ही वो रोशनी पाएगी वो उससे टकरा के उसमें गिरेगी। तो ਕਿੰਨੇ ਬਲਬ ਲਾਣੇ ਇੱਕ ਕਿੱਲੇ 'ਚ? मतलब किले में 2 या 3 जगह पे लगा दे तो काफ़ी है। ਇਸ ਕਿੱਲੇ 'ਚ ਬਲਬ ਲਾ ਦਿਓ, ਬਲਬ ਦਾ ਰੋਸ਼ਨੀ ਨਾਲ ਜਦੋਂ ਕੀੜੇ ਚ ਖਿੱਚੇ ਜਾਣਗੇ ਤੇ ਥੱਲੇ ਡਰਮ 'ਚ ਰੱਖਿਆ ਹੋਏਗਾ ਤੁਸੀਂ, ਉਹਦੇ 'ਚ ਉਹ ਮਰ ਜਾਣਗੇ ਜੀ। ਬੜਾ ਵਧੀਆ ਉਪਰਾਲਾ, ਮਨ ਕਿ ਸ਼ਿਕੰਜੇ 'ਚ ਫਸਾਣਾ ਆਪਾਂ ਜੀ। ਡਾਕਟਰ ਅਮਰਜੀਤ ਸਿੰਘ ਜੀ, ਮੈਂ ਸਮਝਣਾ ਕਮਾਦ ਦੀ ਫਸਲ ਐਸੀ ਫਸਲ ਹੈ ਜਿਹੜੀ ਕਿ ਕਿਸਾਨ ਮਿਲ 'ਚ ਹੀ ਲਿਜਾ ਸਕਦਾ ਹੈ ਤੇ ਖੁਦ ਆਪਣੀ ਮਿਲ ਘਰ ਵੀ ਬਣਾ ਸਕਦਾ, ਕਿਉਂ ਜੀ? ਸੋ ਇਹਦੇ ਬਾਰੇ ਤੁਸੀਂ ਕੀ ਤੁਹਾਡੇ ਇਸ ਇਲਾਕੇ ਦੇ ਵਿੱਚ ਗੁੜ ਦਾ ਬੜਾ ਕਾਫੀ ਸਕੋਪ ਹੈ, ਕਾਫੀ ਕਿਸਾਨ ਬਣਾਉਂਦੇ ਹੋਣਗੇ ਗੁੜ ਸ਼ੱਕਰ, ਕੀ ਕਹਿਣਾ ਚਾਹੋਗੇ? ਦੇਖੋ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਗੰਨੇ ਦੀ ਪੌਕਟ ਆ ਔਰ ਇਹਦੀ ਕਲਟੀਵੇਸ਼ਨ ਲਈ ਬੜੀ ਸੁਟੇਬਲ ਪੌਕਟ ਆ ਇਹ ਗੰਨੇ ਵਾਸਤੇ, ਔਰ ਇੱਥੋਂ ਦਾ ਗੁੜ ਵੀ ਜਿਹੜਾ ਵਧੀਆ ਕੁਆਲਿਟੀ ਦਾ ਬਣਦਾ, ਔਰ ਜਿਹੜੇ ਬੜੇ ਨੇ ਹੁਣ ਅਵੇਅਰਨੈਸ ਵੱਧ ਰਹੀ ਹੈ ਜਨਤਾ ਦੇ ਵਿੱਚ, ਔਰ ਗੁੜ ਜ਼ਿਆਦਾ ਇਸਤੇਮਾਲ ਹੋ ਰਿਹਾ, ਤੇ ਬੜੇ ਜਿਹੜੇ ਕਿਸਾਨ ਵੀਰ ਉਹ ਅੱਗੇ ਆ ਰਹੇ ਨੇ, ਆਪਣਾ ਧੰਦਾ ਜਿਹੜਾ ਉਹ ਸਹਾਇਕ ਧੰਦੇ ਵਜੋਂ ਗੁੜ ਬਣਾ ਰਿਹਾ ਤੇ ਵੇਚ ਰਹੇ ਨੇ। ਔਰ ਇਹਦੇ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਬਿਲਕੁਲ ਉਹਨਾਂ ਨੂੰ ਗੁੜ ਬਣਾਉਣ ਦੀ ਜਿਹੜੀ ਆ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਅਸੀਂ ਕਿਸਾਨਾਂ ਨੂੰ ਭੇਜਦੇ ਵੀ ਹਾਂ। ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਕੁਝ ਕਿਸਮਾਂ ਨੇ ਜਿਹੜੀਆਂ ਕਿ ਗੁੜ ਬਣਾਉਣ ਵਾਸਤੇ ਜਿਹੜੀਆਂ ਉਹ ਬਹੁਤ ਚੰਗਾ ਗੁੜ ਬਣਦਾ ਉਹਨਾਂ ਦਾ, ਜਿਸ ਤਰ੍ਹਾਂ ਕਿ ਪੁਰਾਣੀਆਂ ਵੈਰਾਈਟੀਆਂ ਸਾਡੇ ਕੋਲ COJ 85 64 88, ਇਹ ਤੋਂ ਇਲਾਵਾ ਜਿਹੜੀ ਹੁਣ 96 ਵੈਰਾਈਟੀ ਆ ਜਾਂ 92 ਵੈਰਾਈਟੀ 118 ਵੈਰਾਈਟੀ ਆ, ਇਹਨਾਂ ਦਾ ਬਹੁਤ ਚੰਗਾ ਗੁੜ ਬਣਦਾ, ਔਰ ਕਿਸਾਨ ਜਿਹੜੇ ਆ ਕਿਸਾਨ ਵੀਰ ਗੁੜ ਬਣਾ ਕੇ ਇਹਦੇ ਤੋਂ ਉਹਨੂੰ ਸੇਲ ਕਰ ਰਿਹਾ ਤੇ ਪੂਰਾ ਲਾਭ ਲੈ ਰਿਹਾ। ਡਾਕਟਰ ਸੁਖਜਿੰਦਰ ਸਿੰਘ ਬਾਜਵਾ ਜੀ, ਹੁਣ ਕਿਉਂਕਿ ਤੁਸੀਂ ਸਹਾਇਕ ਖੇਤ ਕਮਿਸ਼ਨਰ ਹੋ ਔਰ ਕਮਾਦ ਦੀ ਕਾਸ਼ਤਕਾਰੀ ਨੂੰ ਪੂਰੇ ਸੂਬੇ 'ਚ ਤੁਸੀਂ ਵੇਖਦੇ ਹੋ, ਔਰ ਕਮਾਦ ਦੇ ਕਾਸ਼ਤਕਾਰ ਬੜੇ ਉਤਸੁਕ ਨੇ ਕਿ ਆਪਾਂ ਕਿਸ ਢੰਗ ਦੇ ਨਾਲ ਉਪਰਾਲੇ ਕਰ ਰਹੇ ਨੇ, ਚਾਹੇ ਸਾਨੂੰ ਚਾਹੀਦੇ ਨੇ, ਕਿਹੜਾ ਸੁਨੇਹਾ ਤੁਸੀਂ ਦਿਓਗੇ ਤਾਂ ਕਿ ਸਾਡੇ ਕਿਸਾਨ ਜਿਹੜੇ ਨੇ ਉਹਦੇ ਮੁਤਾਬਕ ਆਪਣੀ ਕਮਾਦ ਦੀ ਖੇਤੀ ਨੂੰ, ਕੁਆਲਿਟੀ ਪੈਦਾਵਾਰ ਨੂੰ ਅੱਗੇ ਲਿਜਾ ਸਕਣ? ਗੁਲਾਟੀ ਸਾਹਿਬ, ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ ਪੰਜਾਬ 'ਚ
650 ਲੱਖ ਕੁਇੰਟਲ ਜਿਹੜਾ ਗੰਨਾ ਦੇ ਕਰੀਬ ਗੰਨਾ ਹਰ ਸਾਲ ਪੀੜਿਆ ਜਾਂਦਾ ਔਰ ਇਹ ਜਿਹੜੀਆਂ ਖੰਡ ਮਿੱਲਾਂ ਨੇ ਤਕਰੀਬਨ 120 ਕੁ ਦਿਨ ਚੱਲਦੀਆਂ ਨੇ ਇਹ ਪਰ ਇਹ ਜੇ ਕੁਆਲਿਟੀ ਕੰਟਰੋਲ ਵਾਲਾ ਗੰਨਾ ਕੁਆਲਿਟੀ ਵਾਲਾ ਗੰਨਾ ਤਿਆਰ ਹੋ ਜੇ ਤੇ ਇਹ ਜਿਹੜੀਆਂ ਮਿੱਲਾਂ ਨੇ 180 ਦਿਨ ਤੱਕ ਵੀ ਚੱਲ ਸਕਦੀਆਂ ਨੇ ਤੇ ਇਹਦੇ ਨਾਲ ਸਾਡਾ ਜਿਹੜਾ ਗੰਨਾ ਆ ਇਹ ਹੋਰ ਜ਼ਿਆਦਾ ਮਤਲਬ ਕਿਸਾਨਾਂ ਨੂੰ ਫਾਇਦਾ ਹੋਏਗਾ। ਮੌਜੂਦਾ ਟਾਈਮ ਤੇ ਤਕਰੀਬਨ 3000 ਕਰੋੜ ਰੁਪਏ ਦਾ ਜਿਹੜਾ ਕਿਸਾਨਾਂ ਨੂੰ ਹਰ ਸਾਲ ਜਿਹੜਾ ਕਿਸਾਨਾਂ ਨੂੰ ਗੰਨਾ ਵੇਚ ਕੇ ਮਿਲ ਰਿਹਾ ਔਰ ਜੇ 140 ਦਿਨ ਹੋਰ ਵੱਧ ਜੇ 180 ਦਿਨ ਹੋ ਜਾਣ ਤੇ ਇਹਦੇ ਨਾਲ ਹੋਰ ਵੀ ਕਿਸਾਨਾਂ ਨੂੰ ਆਮਦਨ ਹੋ ਸਕਦੀ ਹੈ। ਗੰਨਾ ਜਿਹੜੀ ਆ ਪੰਜਾਬ ਦੀ ਬਹੁਤ ਵਧੀਆ ਫਸਲ ਹੈ, ਬਹੁਤ ਵਧੀਆ ਸਕੋਪ ਵਾਲੀ ਇਥਨੋਲ ਬਾਰੇ ਵੀ ਬੜਾ ਚਰਚਾ ਚੱਲਣ ਡਿਆ। ਹਾਂਜੀ ਹਾਂਜੀ, ਪੰਜਾਬ ਸਰਕਾਰ ਇਹ ਵੀ ਚਾਹ ਰਹੀ ਹੈ ਕਿ ਜਿਹੜੀਆਂ ਖੰਡ ਮਿੱਲਾਂ ਨੇ ਇਹ ਖੰਡ ਤਿਆਰ ਕਰਨ ਤੋਂ ਇਲਾਵਾ ਔਰ ਖੰਡ ਨੂੰ ਬਲਕਿ ਘੱਟ ਤਿਆਰ ਕਰਨ ਤੋਂ ਇਲਾਵਾ ਐਥਨੋਲ ਤਿਆਰ ਕਰਨ। ਇਹਦੇ ਬਾਰੇ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਔਰ ਇਸ ਸਮੇਂ ਅਸੀਂ ਜਲਦੀ ਹੀ ਜਲਦੀ ਖੰਡ ਮਿੱਲਾਂ ਨੂੰ ਹੋਰ ਅਸੀਂ ਉਤਸ਼ਾਹਿਤ ਕਰਾਂਗੇ ਕਿ ਖੰਡ ਤਿਆਰ ਕਰਨ ਦੇ ਇਲਾਵਾ ਐਥਨੋਲ ਵੀ ਤਿਆਰ ਕਰਨ, ਕਿਉਂਕਿ ਭਾਰਤ ਸਰਕਾਰ ਦਾ 2025 ਤੱਕ 20% ਐਥਨੋਲ ਤਿਆਰ ਕਰਨ ਦਾ ਟੀਚਾ ਜਿਹੜਾ ਕਿ ਅਜੇ ਥੋੜਾ ਰਹਿੰਦਾ ਔਰ ਜੇ ਕਿਸਾਨ ਸਹਿਯੋਗ ਕਰਨ, ਖੰਡ ਮਿੱਲਾਂ ਵੀ ਸਹਿਯੋਗ ਕਰਨ, ਇਹ ਟੀਚਾ ਵੀ ਆਪਾਂ ਪੂਰਾ ਕਰ ਲਵਾਂਗੇ। ਸੋ ਪਿਆਰੇ ਕਿਸਾਨ ਵੀਰੋ, ਕੁਆਲਿਟੀ ਗੰਨੇ ਦੀ ਪੈਦਾਵਾਰ ਬੇहद ਜ਼ਰੂਰੀ ਹੈ। ਚਾਹੇ ਮਿੱਲਾਂ ਦੇ ਲੈਵਲ ਦੀ ਗੱਲ ਹੋਵੇ, ਚਾਹੇ ਕਿਸਾਨਾਂ ਦੀ ਗੱਲ ਹੋਵੇ, ਜਦੋਂ ਇਕੱਠੇ ਮਿਲ ਕੇ ਅਸੀਂ ਉਪਰਾਲੇ ਕਰਾਂਗੇ ਤੇ ਕੁਦਰਤੀ ਗੱਲ ਹੈ ਕਮਾਦ ਦੇ ਰਕਬਾ ਵੀ ਵਧੂ ਤੇ ਨਾਲ ਦੇ ਨਾਲ ਕਮਾਦ ਦੀ ਕੁਆਲਿਟੀ ਪੈਦਾਵਾਰ ਵਿੱਚ ਵਾਧਾ ਹੋਏਗਾ। ਸੋ ਅਸੀਂ ਬੜੇ ਧੰਨਵਾਦੀ ਹਾਂ ਡਾਕਟਰ ਸੁਖਜਿੰਦਰ ਸਿੰਘ ਬਾਜਵਾ ਜੀ ਦੇ, ਬੜੇ ਉੱਚੇ ਤੌਰ ਤੇ ਚੰਡੀਗੜ੍ਹ ਤੋਂ ਆਏ ਹੈ, ਡਾਕਟਰ ਅਮਰਜੀਤ ਸਿੰਘ ਦੋਸਾਂਝ ਜੀ ਦੇ, ਸੰਦੀਪ ਜੀ ਦੇ, ਮਨੋਜ ਜੀ ਦੇ ਤੇ ਡਾਕਟਰ ਸਰ ਹਰਿੰਦਰ ਸਿੰਘ ਰਿਆੜ ਬੜੇ ਵਧੀਆ ਢੰਗ ਨਾਲ ਆਪਣੇ ਅਮਲੀ ਤਰੀਕੇ, ਅਮਲੀ ਲੋੜਾਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਸਾਡੇ ਨਾਲ ਕਮਾਦ ਦੀ ਖੇਤੀ ਦੀਆਂ ਗੱਲਾਂ ਕੀਤੀਆਂ। ਮੈਂ ਸਮਝਦਾ ਕਿ ਇਹ ਸਫਲਤਾ ਦੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਖੇਤਾਂ 'ਚ ਲਾਗੂ ਕਰ ਸਕਦੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ। We are the Indian farmers, fondly called Annadata. We are sowing dreams in its soil, nurturing them to grow bigger, making them a reality for the last 9 years. किसान की आय को बढ़ाने के लिए अनेक कदम उठाए गए। मिट्टी की जांच से लेकर सैकड़ों नए बीज तैयार करने तक, सिंचाई के सशक्त नेटवर्क से लेकर किसान रेल तक अनेक कदम उठाए। In line with our Honorable Prime Minister's vision, today we fulfill the world's need for milk, pulses, jute, spices, rice, wheat, cotton, fruits, vegetables and fish. Our centuries-old superfood, Shri Anna, globally known as millets, are being recognized as climate resilient and nutrition crops. The United Nations, at our behest, began this year as the International Year of Millets celebration. In past 9 years, under the visionary leadership of our Prime Minister Narendra Modi, we found new heights. Our identity found new dimensions, ensuring not only food security but also nutrition security for the world. The Prime Minister Farmers Income Support Scheme caters to our smallest needs. It makes our victory loom in our fields. The Prime Minister Crop Insurance Scheme is a trusted friend who never leaves us hanging and keeps us going through every thick and thin. The Prime Minister Agriculture Irrigation Scheme taught us that no land is barren. One who dares to blossom can be stopped by none. The Soil Health Cards analyzes our soil, so we sow what's beneficial and reap without much toil. Electronic National Agriculture Market, that is e-NAM, takes our produce beyond boundaries. The farmer's train puts it in new homes, in newer geographies. Today, we harness AI's potential. We fly drones and make high-tech mechanization possible. Our youngsters are innovating farm technologies. Our agri-startups and robust value chains
are minting success stories. Nature's conservation is our vital desire. We've also become renewable energy suppliers. Today, we are achieving our destiny's might. Our power has reached new heights. हमारे किसानों ने हमें ना सिर्फ आत्मनिर्भर बनाया, बल्कि आज उनकी वजह से हम निर्यात करने में भी सक्षम हो गए। So, as the country marches towards development, nearing its 100 years of freedom, we, the farmers of India, creating the new age agricultural solutions, ensuring food and nutrition security, climate resilient agriculture and robust value chains, and Maharshi, that is, Millets and Other Ancient Grains International Research Initiative. Let's make world where everyone gains. One earth, one family, one future.